Hello students, welcome to history class। ਸਾਡਾ ਕੁਐਸਚਨ ਚੱਲ ਰਿਹਾ ਸੀ ਨੈਪੋਲੀਅਨ ਬੋਨਾਪਾਰਟ ਦੇ ਮਹੱਤਵਪੂਰਨ ਸੁਧਾਰਾਂ ਦਾ ਵਰਣਨ ਕਰੋ। ਪਿਛਲੀ ਕਲਾਸ ਵਿੱਚ ਅਸੀਂ ਦੇਖਿਆ ਕਿ ਨੈਪੋਲੀਅਨ ਬੋਨਾਪਾਰਟ ਆਧੁਨਿਕ ਵਿਸ਼ਵ ਦੀ ਇੱਕ ਮਹਾਨ ਵਿਭੂਤੀ ਸੀ। ਉਸਨੇ ਆਪਣੀ ਸੈਨਿਕ ਯੋਗਤਾ ਨਾਲ ਲਗਭਗ 15 ਸਾਲਾਂ ਤੱਕ ਯੂਰਪ ਵਿੱਚ ਆਪਣੀ ਸ਼ਕਤੀ ਦੀ ਧਾਕ ਜਮਾਏ ਰੱਖੀ। ਉਸ ਦਾ ਜਨਮ 15 ਅਗਸਤ 1769 ਈਸਵੀ ਨੂੰ ਹੋਇਆ ਸੀ। ਉਸ ਦੀ ਯਾਦਾਸ਼ਤ ਸ਼ਕਤੀ ਬਹੁਤ ਤੇਜ਼ ਸੀ। ਜਿਸ ਸਮੇਂ ਉਹ 30 ਸਾਲ ਦਾ ਹੋਇਆ ਤੇ ਉਹ ਫਰਾਂਸ ਦਾ ਪਹਿਲਾ ਕੌਂਸਲ ਬਣਿਆ। 1799 ਈਸਵੀ ਤੋਂ 1804 ਈਸਵੀ ਤੱਕ ਫਰਾਂਸ ਦੇ ਪਹਿਲੇ ਕੌਂਸਲ ਦੇ ਰੂਪ ਵਿੱਚ ਉਸਨੇ ਅਨੇਕ ਸਮਾਜਿਕ, ਪ੍ਰਸ਼ਾਸਨਿਕ, ਧਾਰਮਿਕ ਅਤੇ ਰਾਜਨੀਤਿਕ ਸੁਧਾਰ ਕੀਤੇ। ਇਹਨਾਂ ਸੁਧਾਰਾਂ ਦੀ ਹੀ ਚਰਚਾ ਅਸੀਂ ਅੱਜ ਦੀ ਕਲਾਸ ਵਿੱਚ ਕਰਾਂਗੇ। ਇਹਨਾਂ ਸੁਧਾਰਾਂ ਵਿੱਚ ਪਹਿਲਾ ਸਾਡਾ ਪੁਆਇੰਟ ਬਣਦਾ ਹੈ ਪ੍ਰਸ਼ਾਸਨਿਕ ਸੁਧਾਰ। ਫਰਾਂਸ ਦੀ ਕ੍ਰਾਂਤੀ ਦੇ ਬਾਅਦ ਰਾਸ਼ਟਰੀ ਸਭਾ ਨੇ ਆਪਣੇ ਸ਼ਾਸਨਕਾਲ, ਜੋ ਕਿ 1799 ਤੋਂ 1791 ਤੱਕ ਰਿਹਾ, ਇਸ ਕਾਲ ਵਿੱਚ ਫਰਾਂਸ ਨੂੰ ਡਿਪਾਰਟਮੈਂਟ ਯਾਨੀ ਪ੍ਰਾਂਤ, ਕੈਂਟਨ ਯਾਨੀ ਕਿ ਜ਼ਿਲ੍ਹਾ ਅਤੇ ਕਮਿਊਨ ਯਾਨੀ ਕਿ ਤਹਿਸੀਲ ਨਾਂ ਦੇ ਭਾਗਾਂ ਵਿੱਚ ਵਿਭਾਜਿਤ ਕੀਤਾ ਗਿਆ। ਇਹਨਾਂ ਵਿੱਚ ਸ਼ਾਸਨ ਚਲਾਉਣ ਦੇ ਲਈ ਲੋਕਾਂ ਦੁਆਰਾ ਨਿਰਵਾਚਿਤ ਕੌਂਸਲਾਂ ਦੀ ਵਿਵਸਥਾ ਕੀਤੀ ਗਈ ਸੀ। ਇਹ ਕੌਂਸਲਾਂ ਸਥਾਨਿਕ ਅਧਿਕਾਰੀਆਂ ਨੂੰ ਮਨੋਨੀਤ ਕਰਦੀਆਂ ਸਨ। ਨੈਪੋਲੀਅਨ ਨੇ ਇਹਨਾਂ ਪ੍ਰਸ਼ਾਸਨਿਕ ਇਕਾਈਆਂ ਦੀ ਸੰਖਿਆ ਤੇ ਖੇਤਰ ਵਿੱਚ ਤਾਂ ਕਿਸੇ ਤਰ੍ਹਾਂ ਦਾ ਬਦਲਾਵ ਨਹੀਂ ਕੀਤਾ, ਪਰੰਤੂ ਉਹਨਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕੁਝ ਮਹੱਤਵਪੂਰਨ ਪਰਿਵਰਤਨ ਤਾਂ ਕੀਤੇ ਹੀ। ਇਹਨਾਂ ਦਾ ਉਦੇਸ਼ ਕੇਂਦਰਿਕ ਸਰਕਾਰ ਦੇ ਨਿਯੰਤਰਣ ਨੂੰ ਮਜ਼ਬੂਤ ਬਣਾਉਣਾ ਸੀ। ਡਿਪਾਰਟਮੈਂਟ ਯਾਨੀ ਪ੍ਰਾਂਤ ਵਿੱਚ ਪ੍ਰੀਫੈਕਟ, ਕੈਂਟਨ ਯਾਨੀ ਜ਼ਿਲ੍ਹੇ ਵਿੱਚ ਉਪ ਪ੍ਰੀਫੈਕਟ ਅਤੇ ਕਮਿਊਨ ਯਾਨੀ ਤਹਿਸੀਲ ਵਿੱਚ ਮੇਅਰ ਨਾਂ ਦੇ ਅਧਿਕਾਰੀ ਨਿਯੁਕਤ ਕੀਤੇ ਗਏ। ਇਹਨਾਂ ਸਾਰੇ ਅਧਿਕਾਰੀਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਕਾਰਜਪਾਲਿਕਾ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਉਹਨਾਂ ਦੀ ਨਿਯੁਕਤੀ ਦਾ ਅਧਿਕਾਰ ਸਥਾਨਿਕ ਕੌਂਸਲਾਂ ਦੇ ਸਥਾਨ 'ਤੇ ਕੇਂਦਰਿਕ ਸਰਕਾਰ ਨੂੰ ਦੇ ਦਿੱਤਾ ਗਿਆ। ਸਥਾਨਿਕ ਕੌਂਸਲਾਂ ਦੀ ਸ਼ਕਤੀਆਂ ਘਟਾ ਦਿੱਤੀਆਂ ਗਈਆਂ। ਹੁਣ ਉਹਨਾਂ ਦਾ ਕੰਮ ਪ੍ਰਾਂਤਾਂ, ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਮੁੱਖ ਅਧਿਕਾਰੀਆਂ ਨੂੰ ਕੇਵਲ ਸਲਾਹ ਦੇਣਾ ਸੀ। ਉਹਨਾਂ ਦੇ ਮੈਂਬਰਾਂ ਦਾ ਹੁਣ ਚੁਣਾਵ ਨਹੀਂ ਹੁੰਦਾ ਸੀ। ਉਹਨਾਂ ਦੀ ਨਿਯੁਕਤੀ ਵੀ ਨੈਪੋਲੀਅਨ ਦੁਆਰਾ ਹੀ ਹੁੰਦੀ ਸੀ। ਇਸ ਤੋਂ ਇਲਾਵਾ ਪੈਰਿਸ ਸ਼ਹਿਰ ਨੂੰ 12 ਭਾਗਾਂ ਵਿੱਚ ਵੰਡ ਦਿੱਤਾ ਗਿਆ ਅਤੇ ਪ੍ਰਤੇਕ ਭਾਗ ਵਿੱਚ
ਮੇਅਰ ਨਾਂ ਦਾ ਇੱਕ ਅਧਿਕਾਰੀ ਨਿਯੁਕਤ ਕੀਤਾ ਗਿਆ। ਨਗਰ ਦਾ ਸਭ ਤੋਂ ਵੱਡਾ ਪੁਲਿਸ ਅਧਿਕਾਰੀ ਪ੍ਰੀਫੈਕਟ ਆਫ ਪੁਲਿਸ ਹੁੰਦਾ ਸੀ। ਸਥਾਨਿਕ ਸਰਕਾਰ ਦਾ ਇਹ ਨਵਾਂ ਪ੍ਰਬੰਧ ਨੈਪੋਲੀਅਨ ਦੀ ਇੱਕ ਸਥਾਈ ਦੇਣ ਮੰਨੀ ਜਾਂਦੀ ਹੈ। ਉਸ ਦਾ ਅਗਲਾ ਸੁਧਾਰ ਸੀ ਵਿੱਤੀ ਸੁਧਾਰ। ਰਾਸ਼ਟਰੀ ਸਭਾ ਤੋਂ ਬਾਅਦ ਡਾਇਰੈਕਟਰੀ ਦੇ ਸਮੇਂ ਵਿੱਚ ਕਰ ਨਿਰਧਾਰਿਤ ਕਰਨ ਅਤੇ ਉਸ ਨੂੰ ਇਕੱਠਾ ਕਰਨ ਦੇ ਸੰਬੰਧ ਵਿੱਚ ਕੁਝ ਉਪਯੋਗੀ ਕਦਮ ਚੁੱਕੇ ਗਏ ਸਨ, ਪਰੰਤੂ ਸਰਕਾਰ ਨੂੰ ਇਹਨਾਂ ਕੰਮਾਂ ਵਿੱਚ ਪੂਰੀ ਸਫਲਤਾ ਨਹੀਂ ਮਿਲੀ ਸੀ। ਤੁਹਾਨੂੰ ਇੱਥੇ ਡਾਇਰੈਕਟਰੀ ਦਾ ਵੀ ਅਰਥ ਦੱਸ ਦੇਵਾਂ। ਡਾਇਰੈਕਟਰੀ ਦਾ ਅਰਥ ਫਰਾਂਸੀਸੀ ਸੰਵਿਧਾਨ ਦੇ ਅਨੁਸਾਰ ਫਰਾਂਸ ਦਾ ਸ਼ਾਸਨ ਡਾਇਰੈਕਟਰੀ ਦੇ ਹੱਥਾਂ ਵਿੱਚ ਚਲਾ ਗਿਆ ਸੀ। ਜਦੋਂ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਹੋਈ ਸੀ ਤੇ ਉਸ ਦੇ ਬਾਅਦ ਸ਼ਾਸਨ ਨੂੰ ਚਲਾਉਣ ਦੇ ਲਈ ਇਸ ਡਾਇਰੈਕਟਰੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਨੈਪੋਲੀਅਨ ਨੇ ਕਰ ਪ੍ਰਣਾਲੀ ਨੂੰ ਸੁਵਿਵਸਥਿਤ ਕਰਨ ਦੇ ਉਦੇਸ਼ ਨਾਲ ਅਨੇਕ ਯਤਨ ਕੀਤੇ। ਇਹਨਾਂ ਯਤਨਾਂ ਵਿੱਚ ਪਹਿਲਾ ਸੀ ਮਿਊਨਿਸਪਲ ਅਧਿਕਾਰੀਆਂ ਤੋਂ ਕਰ ਸੰਬੰਧੀ ਰਿਕਾਰਡ ਤਿਆਰ ਕਰਨ ਅਤੇ ਕਰ ਨੂੰ ਇਕੱਠਾ ਕਰਨ ਦਾ ਕੰਮ ਵਾਪਸ ਲੈ ਲਿਆ ਗਿਆ। ਹੁਣ ਇਹ ਜ਼ਿੰਮੇਵਾਰੀ ਕੇਂਦਰੀ ਸਰਕਾਰ ਦੇ ਅਧੀਨ ਕਰਮਚਾਰੀਆਂ ਨੂੰ ਸੌਂਪ ਦਿੱਤੀ ਗਈ। ਦੂਜਾ ਯਤਨ ਰਾਜਧਾਨੀ ਵਿੱਚ ਡਾਇਰੈਕਟਰ, ਪ੍ਰਤੇਕ ਪ੍ਰਾਂਤ ਦੇ ਵਿੱਚ ਡਿਪਟੀ ਡਾਇਰੈਕਟਰ ਅਤੇ ਪ੍ਰਤੇਕ ਕਮਿਊਨ ਦੇ ਵਿੱਚ ਇੰਸਪੈਕਟਰ ਨਿਯੁਕਤ ਕੀਤੇ ਗਏ। ਅਗਲਾ ਕੰਮ ਜੋ ਵਿੱਤੀ ਸੁਧਾਰ ਵਿੱਚ ਕੀਤਾ ਗਿਆ, ਕਰਾਂ ਦੀ ਦਰ ਨਿਸ਼ਚਿਤ ਕਰ ਦਿੱਤੀ ਗਈ ਅਤੇ ਬਕਾਇਆ ਕਰ ਦੇਣ ਵਾਲਿਆਂ ਨੂੰ ਬਕਾਇਆ ਕਰ ਦੇਣ ਵਾਲਿਆਂ ਦੀ ਸੂਚੀਆਂ ਵੀ ਤਿਆਰ ਕੀਤੀਆਂ ਗਈਆਂ। ਅਗਲਾ ਯਤਨ ਕੀਤਾ ਗਿਆ, ਕਰ ਇਕੱਠਾ ਕਰਨ ਵਾਲਿਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਅਨੁਮਾਨਿਤ ਆਮਦਨ ਦਾ ਕੁਝ ਭਾਗ ਵਿੱਤੀ ਸਾਲ ਖਤਮ ਹੋਣ ਤੋਂ ਪਹਿਲਾਂ ਹੀ ਇਕੱਠਾ ਕਰਨ। ਨੈਕਸਟ ਕੰਮ ਵਿੱਤੀ ਸੁਧਾਰ ਵਿੱਚ ਕੀਤਾ ਗਿਆ, ਸਰਕਾਰ ਦੇ ਖਰਚ ਨੂੰ ਕਮ ਕਰਨ ਦੇ ਲਈ ਵੀ ਜ਼ਰੂਰੀ ਕਦਮ ਚੁੱਕੇ ਗਏ। ਇਸੇ ਤਰ੍ਹਾਂ ਪੈਰਿਸ ਦੇ ਇੱਕ ਸਾਹੂਕਾਰ ਦੀ ਸਹਾਇਤਾ ਨਾਲ 1800 ਈਸਵੀ ਵਿੱਚ ਬੈਂਕ ਆਫ ਫਰਾਂਸ ਦੀ ਸਥਾਪਨਾ ਜਾਂ ਉਸ ਦੀ ਨੀਂਹ ਰੱਖੀ ਗਈ, ਜਿਸ ਦਾ ਉਦੇਸ਼ ਸਰਕਾਰ ਨੂੰ ਸਾਲਾਨਾ ਭੁਗਤਾਨ ਅਤੇ ਕਰਜ਼ ਦੇ ਸੰਬੰਧ ਵਿੱਚ ਸੁਵਿਧਾਵਾਂ ਦੇਣਾ ਸੀ। ਮੁਦਰਾ ਪ੍ਰਣਾਲੀ ਨੂੰ ਵੀ ਇਸ ਦੀ ਮਦਦ ਨਾਲ ਸਥਿਰਤਾ ਪ੍ਰਾਪਤ ਹੋਈ। 1803 ਈਸਵੀ ਵਿੱਚ ਇਸ ਬੈਂਕ ਨੂੰ ਨੋਟ ਜਾਰੀ ਕਰਨ ਦਾ ਅਧਿਕਾਰ ਵੀ ਮਿਲ ਗਿਆ। ਨੈਪੋਲੀਅਨ ਦੇ ਇਹਨਾਂ ਯਤਨਾਂ ਨਾਲ ਕਰ ਪ੍ਰਣਾਲੀ ਦੀ ਕੁਸ਼ਲਤਾ ਵਧੀ, ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ ਅਤੇ ਸਰਕਾਰ ਨੂੰ ਆਪਣੀ ਅਨੁਮਾਨਿਤ ਆਮਦਨ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਣ ਲੱਗ ਪਈ।
ਜਿਸ ਦੇ ਨਾਲ ਸਰਕਾਰ ਨੇ ਅਨੇਕ ਲੋਕ ਕਲਿਆਣਕਾਰੀ ਕਾਰਜਾਂ ਨੂੰ ਪੂਰਾ ਕੀਤਾ। ਇਸ ਤਰ੍ਹਾਂ ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਅਸੀਂ ਨੈਪੋਲੀਅਨ ਬੋਨਾਪਾਰਟ ਦੁਆਰਾ ਕੀਤੇ ਗਏ ਕੇਵਲ 2 ਸੁਧਾਰਾਂ ਦੀ ਹੀ ਚਰਚਾ ਕੀਤੀ ਹੈ, ਜਿਸ ਵਿੱਚ ਪਹਿਲਾ ਸੀ ਪ੍ਰਸ਼ਾਸਨਿਕ ਸੁਧਾਰ ਅਤੇ ਦੂਜਾ ਸੀ ਵਿੱਤੀ ਸੁਧਾਰ। ਇਹਨਾਂ ਵਿੱਚ ਤੁਹਾਨੂੰ ਡਾਇਰੈਕਟਰੀ ਦੇ ਸੰਬੰਧ ਵਿੱਚ ਮੈਂ ਅਲੱਗ ਰੂਪ ਵਿੱਚ ਦੱਸਿਆ ਹੈ, ਜੋ ਕਿ ਵੀਡੀਓ ਵਿੱਚ ਦਿਖਾਈ ਗਈ ਸਕਰੀਨ ਵਿੱਚ ਸ਼ਾਮਿਲ ਨਹੀਂ ਹੈ। ਡਾਇਰੈਕਟਰੀ ਸ਼ਬਦ ਦੀ ਵਰਤੋਂ ਅਸੀਂ ਵਿੱਤੀ ਸੁਧਾਰ ਵਿੱਚ ਕੀਤੀ ਹੈ, ਇਸ ਕਰਕੇ ਡਾਇਰੈਕਟਰੀ ਦਾ ਅਰਥ ਵੀ ਤੁਹਾਨੂੰ ਨਾਲ ਹੀ ਦੱਸ ਦਿੱਤਾ ਗਿਆ ਹੈ। ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਨੋਟਸ ਜ਼ਰੂਰ ਬਣਾਉਂਦੇ ਰਹੋ।